ਸਾਡੀ ਅਗਲੀ ਈਮੇਲ ਈਸਟ ਅਫਰੀਕਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਵੀਰ ਰਮਿੰਦਰ ਸਿੰਘ ਜੀ ਦੀ ਹੈ। ਇਹਨਾਂ ਨੇ ਆਪਣੀ ਲਿਖਤ ਦਾ ਸਿਰਲੇਖ ਦਿੱਤਾ ਹੈ ਮਨੁੱਖਤਾ ਦੀ ਕਾਤਲ ਇੰਦਰਾ ਗਾਂਧੀ ਬਾਰੇ ਆਕਸਫੋਰਡ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ ਦੇਣੀ ਸਿੱਖ ਕੌਮ ਲਈ ਐਸਾ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਮੀਦ ਹੈ ਆਪ ਜੀ ਆਪੋ ਆਪਣੀਆਂ ਹੁਕੂਮਤੀ ਸਮਾਜਿਕ ਮਨੁੱਖਤਾ ਪੱਖੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਪੂਰਨ ਕਰਦੇ ਹੋਏ ਚੜ੍ਹਦੀ ਕਲਾ ਵਿੱਚ ਵਿਚਰ ਰਹੇ ਹੋਵੋਗੇ। ਬੇਨਤੀ ਇਹ ਹੈ ਕਿ ਇੰਦਰਾ ਗਾਂਧੀ ਨੇ ਹਿੰਦ ਵਿੱਚ ਉਚੇਚੇ ਤੌਰ ਤੇ ਸਿੱਖ ਕੌਮ ਦਾ ਘਾਣ ਕੀਤਾ ਹੈ ਅਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ਉਦਮਾਂ ਦੇ ਕੌਮਾਂਤਰੀ ਪ੍ਰਚਾਰ ਨੂੰ ਰੋਕਣ ਲਈ ਹਮੇਸ਼ਾ ਸਾਜ਼ਿਸ਼ਾਂ ਰਚੀਆਂ ਹਨ। ਜੇਕਰ ਅਜਿਹੀ ਮਨੁੱਖਤਾ ਦੀ ਕਾਤਲ ਅਤੇ ਸਿੱਖ ਕੌਮ ਦੇ ਮਹਾਨ ਸੱਭਿਆਚਾਰ ਅਤੇ ਇਤਿਹਾਸਕ ਯਾਦਗਾਰਾਂ ਦਾ ਤਹਿਸ-ਨਹਿਸ ਕਰਨ ਵਾਲੀ ਕੌਮਾਂਤਰੀ ਸੰਧੀਆਂ ਦੀ ਉਲੰਘਣਾ ਕਰਨ ਵਾਲੀ ਇੰਦਰਾ ਗਾਂਧੀ ਦੇ ਨਾਮ ਤੇ ਸਕਾਲਰਸ਼ਿਪ ਦਿੱਤੀ ਜਾ ਸਕਦੀ ਹੈ ਤਾਂ ਫਿਰ ਹਿਟਲਰ ਜਿਸ ਨੇ 60 ਲੱਖ ਯਹੂਦੀਆਂ ਨੂੰ ਚੈਂਬਰਾਂ ਵਿੱਚ ਪਾ ਕੇ ਮਨੁੱਖਤਾ ਦਾ ਕਤਲੇਆਮ ਕੀਤਾ, ਸਟਾਲਨ ਅਤੇ ਮਾਓ ਜ਼ੇਤੁੰਗ ਵਰਗੇ ਜ਼ਾਲਮਾਂ ਅਤੇ ਦਾਦਾ ਅਮੀਨ ਜੋ ਜੁਗਾਰਡਾਂ ਵਿੱਚ ਆਪਣੇ ਵਿਰੋਧੀਆਂ ਨੂੰ ਮਗਰਮੱਛ ਅੱਗੇ ਸੁੱਟ ਕੇ ਖਤਮ ਕਰ ਦਿੱਤਾ ਸੀ, ਤਾਂ ਅਜਿਹੇ ਜ਼ਾਲਮਾਂ ਦੇ ਨਾਮ ਤੇ ਵੀ ਸਕਾਲਰਸ਼ਿਪ ਅਤੇ ਅਵਾਰਡ ਸ਼ੁਰੂ ਹੋ ਜਾਣਗੇ। ਫਿਰ ਕੌਮਾਂਤਰੀ ਸੰਧੀਆਂ ਨਿਯਮਾਂ ਅਤੇ ਅਸੂਲਾਂ ਦਾ ਕਿਹੋ ਜਿਹਾ ਅਸਰ ਹੋਵੇਗਾ, ਉਸ ਦਾ ਕਿਆਸ ਕਰਕੇ ਇਨਸਾਨੀ ਰੂਹਾਂ ਕੰਬ ਉੱਠਣਗੀਆਂ। ਇਸ ਲਈ ਬਰਤਾਨੀਆ ਦੀ ਹਕੂਮਤ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੋਮਰਵਿਲੇ ਕਾਲਜ ਦੀ ਪ੍ਰਿੰਸੀਪਲ ਵੱਲੋਂ ਹਿੰਦੂਤਵ ਮੁਸਤਵੀਆਂ ਦੇ ਪ੍ਰਭਾਵ ਹੇਠ ਆ ਕੇ ਇਸ ਕੀਤੇ ਗਏ ਸਿੱਖ ਵਿਰੋਧੀ ਫੈਸਲੇ ਉੱਤੇ ਦੁਬਾਰਾ ਗੌਰ ਕਰਕੇ ਇਸ ਦੇ ਹੋਣ ਜਾ ਰਹੇ ਅਮਲ ਨੂੰ ਤੁਰੰਤ ਬੰਦ ਕਰਨ। ਕੌਮਾਂਤਰੀ ਪੱਧਰ ਦੀਆਂ ਯੂਨੀਵਰਸਿਟੀਆਂ ਜਾਂ ਕਾਲਜਾਂ ਵਿੱਚ ਉਹਨਾਂ ਸ਼ਖਸੀਅਤਾਂ ਦੇ ਨਾਮ ਤੇ ਸਕਾਲਰਸ਼ਿਪ ਸ਼ੁਰੂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਮਨੁੱਖਤਾ ਅਤੇ ਸਮਾਜ ਨੂੰ ਕੋਈ ਬਹੁਤ ਹੀ ਮਹੱਤਵਪੂਰਨ ਦੇਣ ਹੋਵੇ ਜਾਂ ਕਿਸੇ ਸਮਾਜ ਪੱਖੀ ਮਿਸ਼ਨ ਲਈ ਕੁਰਬਾਨੀ ਦਿੱਤੀ ਹੋਵੇ। ਪਰ ਦੁੱਖ ਅਤੇ ਅਫਸੋਸ ਹੈ ਕਿ ਬਰਤਾਨੀਆ ਦੀ ਕੌਮਾਂਤਰੀ ਪੱਧਰ ਦੀ ਆਕਸਫੋਰਡ ਯੂਨੀਵਰਸਿਟੀ ਜੋ ਸੰਸਾਰ ਦੀਆਂ ਮਹੱਤਵਪੂਰਨ ਅਤੇ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਉੱਥੇ ਸਿੱਖ ਕੌਮ ਦੇ ਖੂਨ ਨਾਲ ਹੋਲੀ ਖੇਡਣ ਵਾਲੀ ਅਤੇ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੀ ਸਿੱਖ ਕੌਮ ਦੇ ਮਾਣ ਅਸਥਾਨ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਡੂੰਘੀ ਸਾਜ਼ਿਸ਼ ਤਹਿਤ ਬਲੂ ਸਟਾਰ ਦਾ ਫੌਜੀ ਹਮਲਾ ਕਰਕੇ ਕੌਮਾਂਤਰੀ ਸੰਧੀਆਂ ਇਹਨਾਂ ਨੇ ਸੰਧੀਆਂ ਦਾ ਵਿਸਤ੍ਰਿਤ ਹਵਾਲਾ ਵੀ ਦਿੱਤਾ ਹੈ। ਮਹਿਰੂਮ ਇੰਦਰਾ ਗਾਂਧੀ ਦੇ ਨਾਮ ਤੇ ਸਕਾਲਰਸ਼ਿਪ ਸ਼ੁਰੂ ਕੀਤੀ ਜਾ ਰਹੀ ਹੈ। ਇਹ ਵਰਤਾਰਾ ਸਮੁੱਚੀ ਸਿੱਖ ਕੌਮ ਦੇ ਲਈ ਅਤ ਦੁਖਦਾਇਕ ਅਤੇ ਅਸਹਿ ਹੈ। ਇਸ ਲਈ ਬਰਤਾਨੀਆ ਦੀ ਹਕੂਮਤ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੋਮਰਵਿਲੇ ਕਾਲਜ ਦੀ ਪ੍ਰਿੰਸੀਪਲ ਵੱਲੋਂ ਹਿੰਦੂਤਵ ਮੁਸਤਵੀਆਂ ਦੇ ਪ੍ਰਭਾਵ ਹੇਠ ਆ ਕੇ ਇਸ ਕੀਤੇ ਗਏ ਸਿੱਖ ਵਿਰੋਧੀ ਫੈਸਲੇ ਉੱਤੇ ਦੁਬਾਰਾ ਗੌਰ ਕਰਕੇ ਇਸ ਦੇ ਹੋਣ ਜਾ ਰਹੇ ਅਮਲ ਨੂੰ ਤੁਰੰਤ ਬੰਦ ਕਰਨ। ਇਹ ਅੱਗੇ ਲਿਖਦੇ ਹਨ, ਇੱਕ ਅਤ ਸਤਿਕਾਰਤ ਬ੍ਰਿਟਿਸ਼ ਯੂਨੀਵਰਸਿਟੀ ਵੱਲੋਂ ਨਸਲਕੁਸ਼ੀ ਕਰਨ ਵਾਲੀ ਦਾ ਨਾਂ ਵਰਤਿਆ ਜਾਣਾ ਬਿਲਕੁਲ ਅਸਹਿਣਯੋਗ ਕਾਰਵਾਈ ਹੈ। ਇਸ ਯੂਨੀਵਰਸਿਟੀ ਨੂੰ ਬ੍ਰਿਟਿਸ਼ ਟੈਕਸ ਪੇਅਰਜ਼ ਵੱਲੋਂ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਅਸੀਂ ਸਾਰੇ ਇਸ ਮੁੱਦੇ ਤੇ ਇਤਰਾਜ਼ ਕਰ ਸਕਦੇ ਹਾਂ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਇਸ ਮੁੱਦੇ ਨੂੰ ਜ਼ਰੂਰ ਵਿਚਾਰੋ। ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੀਆਂ ਦੂਸਰੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਵੀ ਉਤਸ਼ਾਹਿਤ ਹੋਣਗੇ। ਤੁਹਾਡੇ ਸ਼ਬਦਾਂ ਵਿੱਚ ਬੜੀ ਮਜ਼ਬੂਤੀ ਅਤੇ ਸੱਚਾਈ ਹੈ ਅਤੇ ਇਹ ਹਿਰਦਿਆਂ ਨੂੰ ਟੁੰਬਦੇ ਹਨ। ਸਿੱਖਾਂ ਨੂੰ ਸ਼ਾਂਤਮਈ ਤਰੀਕੇ ਨਾਲ ਇਸ ਦਾ UK ਵਿੱਚ ਵਿਰੋਧ ਕਰਨਾ ਚਾਹੀਦਾ ਹੈ। ਵਿਰੋਧ ਦਾ ਇਹ ਫਾਇਦਾ ਹੋਵੇਗਾ ਕਿ ਇਸ ਤਰ੍ਹਾਂ ਸਿੱਖਾਂ ਦੀ ਨਸਲਕੁਸ਼ੀ ਦਾ ਮੁੱਦਾ ਵੀ ਬਾਹਰ ਆ ਸਕਦਾ ਹੈ ਜੇ ਮੀਡੀਆ ਇਸ ਸਟੋਰੀ ਨੂੰ ਚੁੱਕ ਲੈਂਦਾ ਹੈ। ਮੈਂ ਪੂਰਨ ਸਤਿਕਾਰ ਤੇ ਉਮੀਦ ਨਾਲ ਆਪ ਨੂੰ ਲਿਖ ਰਿਹਾ ਹਾਂ। ਹਾਂਜੀ ਡਾਕਟਰ ਸਾਹਿਬ। ਵੀਰ ਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਈਸਟ ਅਫਰੀਕਾ ਤੋਂ ਲਿਖੇ, ਇਹ ਕੋਆਰਡੀਨੇਟਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ। ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਇਸ ਸਾਡੇ ਤੇ ਆਸ ਦੇ ਨਾਲ ਔਰ ਇਹਨਾਂ ਦੀ ਮਿਹਰਬਾਨੀ ਹੈ ਕਿ ਇਹ ਸਮਝਦੇ ਨੇ ਕਿ ਸਾਡੇ ਸ਼ਬਦਾਂ ਦੇ ਵਿੱਚ ਕੋਈ ਮਜ਼ਬੂਤੀ ਹੈ ਜਾਂ ਇਹਨਾਂ ਨੂੰ ਲੱਗਦਾ ਹੈ ਕਿ ਭਾਈ ਅਸੀਂ ਸੱਚਾਈ ਦੇ ਨਾਲ ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰਦੇ ਹਾਂ ਜੀ। ਵੈਸੇ ਬੇਸ਼ੱਕ ਪ੍ਰੋਗਰਾਮ ਇਹ ਜ਼ਰੂਰ ਦੇਖਦੇ ਹੋਣਗੇ, ਇਸ ਲਈ ਉਹਨਾਂ ਨੇ ਸਾਨੂੰ ਲਿਖਿਆ। ਪਰ ਅਜੇ ਜਦੋਂ ਇਹ ਖਬਰ ਹੀ ਆਈ ਸੀ ਕਿ ਆਕਸਫੋਰਡ ਯੂਨੀਵਰਸਿਟੀ ਦੇ ਸੋਮਰਵਿਲ ਕਾਲਜ ਦੇ ਵਿੱਚ ਇੰਦਰਾ ਗਾਂਧੀ ਦੇ ਨਾਂ 'ਤੇ ਇੱਕ ਜਿਹੜਾ ਸਕਾਲਰਸ਼ਿਪ ਐਸਟੈਬਲਿਸ਼ ਹੋ ਰਿਹਾ, ਜਿਹਦੇ ਲਈ ਕਾਫੀ ਵੱਡਾ ਹਿੱਸਾ ਇੰਡੀਅਨ ਗੌਰਮੈਂਟ ਨੇ ਦੇਣਾ ਹੈ ਅਮਾਊਂਟ ਦਾ ਜੀ, ਔਰ ਮੈਚਿੰਗ ਗ੍ਰਾਂਟ ਯੂਨੀਵਰਸਿਟੀ ਵੱਲੋਂ ਦਿੱਤੀ ਜਾਣੀ ਹੈ। ਅਤੇ ਉਦੋਂ ਸਭ ਤੋਂ ਪਹਿਲਾਂ ਜੇ ਇੰਟਰਨੈਸ਼ਨਲ ਮੀਡੀਆ 'ਚ ਸਿੱਖ ਹਲਕਿਆਂ ਵੱਲੋਂ ਕਿਸੇ ਦਾ ਕਾਮੈਂਟ ਸੀ ਅਤੇ ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ
ਇਸ ਨੂੰ ਸਵਾਲ ਜਵਾਬ ਸੈਸ਼ਨ ਦੇ ਦੌਰਾਨ ਡਿਸਕਸ ਕੀਤਾ ਸੀ। ਜੀ ਉਸ ਤੋਂ ਬਾਅਦ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਮੈਂ ਜਾ ਕੇ ਨੈਕਸਟ ਡੇ ਉਹਨਾਂ ਦਾ ਵੀ ਬਿਆਨ ਦੇਖਿਆ, ਜਿਹੜਾ ਕਿ ਬੜਾ ਡੀਟੇਲਡ ਸੀ ਜੀ ਔਰ ਉਹਨਾਂ ਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਇਸ ਫੈਸਲੇ ਨੂੰ ਚੈਲੰਜ ਕੀਤਾ ਸੀ। ਜੀ ਜੀ ਔਰ ਇਹ ਚੰਗੀ ਗੱਲ ਹੈ ਕਿ ਉਹਨਾਂ ਦੇ ਅਕਾਲੀ ਦਲ ਅੰਮ੍ਰਿਤਸਰ ਦੇ ਸਾਊਥ ਅਫਰੀਕਾ ਚੈਪਟਰ ਨੂੰ ਜਿਹੜੇ ਹੈੱਡ ਕਰਦੇ ਨੇ, ਕੋਆਰਡੀਨੇਟਰ ਨੇ ਰਮਿੰਦਰ ਸਿੰਘ ਜੀ, ਉਹਨਾਂ ਨੇ ਵੀ ਇਸ ਇਸ਼ੂ ਨੂੰ ਜਿਹੜਾ ਹੈ ਸਾਨੂੰ ਉਸ ਦਾ ਹੋਰ ਵੇਰਵਾ ਦਿੱਤਾ ਹੈ ਜੀ। ਔਰ ਮੈਂ ਸਮਝਦਾ ਵੀ ਇਹਨਾਂ ਨੇ ਬਿਲਕੁਲ ਜਿਹੜੇ 20ਵੀਂ ਸਦੀ ਦੇ ਉਹ ਲੋਕ ਜਿਨ੍ਹਾਂ ਨੇ ਆਪਣੇ ਹੀ ਲੋਕਾਂ ਦਾ ਘਾਣ ਕੀਤਾ, ਭਾਵੇਂ ਉਹਨਾਂ ਚੋਂ ਇੱਕ ਨਾਂ ਜਿਹੜਾ ਉਹ ਰੈਵੋਲੂਸ਼ਨਰੀ ਲਾਈਨ ਨਾਲ ਜੁੜਦਾ ਹੈ, ਪਰ ਇਨ ਦਾ ਐਂਡ ਘਾਣ ਤਾਂ ਲੋਕਾਂ ਦਾ ਹੋਇਆ, ਭਾਵੇਂ ਰੈਵੋਲੂਸ਼ਨ ਦੇ ਨਾਂ ਥੱਲੇ ਹੋਇਆ, ਜਿਹਦੇ 'ਚ ਉਹਨਾਂ ਨੇ ਹਿਟਲਰ ਦਾ ਜ਼ਿਕਰ ਕੀਤਾ ਹੈ ਜੀ ਕਿ ਹਿਟਲਰ ਨੇ 6 ਮਿਲੀਅਨ ਯਹੂਦੀ ਮਾਰੇ, ਕਿੰਨੇ ਜਿਪਸੀ, ਕਿੰਨੇ ਫਿਜ਼ੀਕਲੀ ਹੈਂਡੀਕੈਪਡ ਜਿਹੜੇ ਸਰੀਰਕ ਤੌਰ ਤੇ ਨਹੀਂ ਸਨ ਠੀਕ, ਮਾਨਸਿਕ ਤੌਰ ਤੇ ਜਿਹੜੇ ਆ ਵਿਕਰਤੀਆਂ ਦਾ ਸ਼ਿਕਾਰ ਸਨ ਜੀ, ਈਵਨ ਕਮਿਊਨਿਸਟ ਜਾਂ ਸਿਵਲ ਲਿਬਰਟੀਜ਼ ਵਾਲੇ ਮਿਲੀਅਨਸ ਦੀ ਗਿਣਤੀ ਦੇ ਵਿੱਚ। ਜੀ ਇਸੇ ਤਰ੍ਹਾਂ ਈਦੀ ਅਮੀਨ ਜਿਹੜਾ ਯੁਗਾਂਡਾ ਦਾ ਲੰਬਾ ਵਕਤ ਡਾਇਰੈਕਟਰ ਰਿਹਾ, ਜਿਹਦੇ ਬਾਰੇ ਡਿਕਟੇਟਰ ਰਿਹਾ, ਜਿਹਦੇ ਬਾਰੇ ਇਹ ਵੀ ਸੀ ਕਿ ਵੀ ਇਹ ਆਪਣੇ ਵਿਰੋਧੀਆਂ ਨੂੰ ਜਿਹੜਾ ਚੁੱਕ ਕੇ ਤੇ ਮਗਰਮੱਛਾਂ ਦੇ ਸਾਹਮਣੇ ਪਾ ਦਿੰਦੇ। ਜੀ ਇਹ ਵੀ ਸੀ ਕਿ ਵੀ ਉਸ ਦਾ ਉਹ ਮੁਰਦੇ ਖਾਣ ਦਾ ਵੀ ਸ਼ੌਕੀਨ ਹੈ, ਕਈਆਂ ਨੂੰ ਜਿਹੜਾ ਵਿਰੋਧੀ ਉਹਨਾਂ ਦਾ ਮਾਸ ਰਿੰਨ ਕੇ ਖਾ ਜਾਂਦਾ ਹੈ। ਜੀ ਕਈ ਵਾਰੀ ਪ੍ਰਚਾਰ ਵੀ ਹੁੰਦਾ ਹੈ, ਪਰ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਈਦੀ ਅਮੀਨ ਦੇ ਜ਼ਮਾਨੇ 'ਚ ਹੀ ਬਹੁਤ ਸਾਰੇ ਸਿੱਖ ਵੀ ਯੁਗਾਂਡਾ ਤੋਂ ਨਿਕਲਣ ਤੇ ਮਜਬੂਰ ਹੋਏ ਸਨ, ਜੀ ਕਿਉਂਕਿ ਆਰਡਰ ਦਿੱਤਾ ਸੀ ਕਿ ਵੀ ਇੱਥੇ ਸਭ ਕੁਝ ਛੱਡ ਕੇ 24 ਘੰਟੇ ਦੇ ਵਿੱਚ ਨਿਕਲ ਜਾਓ। ਬਹੁਤ ਸਾਰੇ ਕਿਉਂਕਿ ਬ੍ਰਿਟਿਸ਼ ਪਾਸਪੋਰਟ ਹੋਲਡਰ ਸੀ, ਇੰਗਲੈਂਡ ਚਲੇ ਗਏ, ਕੁਝ ਭਾਰਤ ਚਲੇ ਗਏ। ਜੀ ਔਰ ਹੁਣ ਜਿਹੜਾ ਉੱਥੇ ਨਵਾਂ ਰਜੀਮ ਆਇਆ, ਉਹਨਾਂ ਨੇ ਉਹਨਾਂ ਨੂੰ ਵਾਪਸ ਸੱਦਿਆ ਕਿਉਂਕਿ ਯੁਗਾਂਡਾ ਦੀ ਸਾਰੀ ਇਕਨੋਮੀ ਖਤਮ ਹੋ ਗਈ ਸੀ। ਸੋ ਈਦੀ ਅਮੀਨ ਵੀ ਉਹਨਾਂ ਟਾਇਰੈਂਟਸ ਦੇ ਵਿੱਚ ਉਹਦਾ ਨਾਂ ਵੱਜਦਾ ਹੈ। ਇਸੇ ਤਰ੍ਹਾਂ ਮਾਓ ਸੇ ਤੁੰਗ, ਬੇਸ਼ੱਕ ਮਾਓ ਸੇ ਤੁੰਗ ਚੀਨ ਦਾ ਬਹੁਤ ਵੱਡਾ ਰੈਵੋਲੂਸ਼ਨਰੀ ਹੈ, ਪਰ ਜਦੋਂ ਜਾਪਾਨੀਆਂ ਤੋਂ ਔਰ ਅੰਗਰੇਜ਼ਾਂ ਤੋਂ ਇਹਨਾਂ ਸਾਰਿਆਂ ਤੋਂ ਛੁਟਕਾਰਾ ਔਰ ਚਿਆਂਗ ਕਾਈ ਸ਼ੇਕ ਨੂੰ ਕੱਢਣ ਤੋਂ ਬਾਅਦ 60ਵਿਆਂ ਦੇ ਵਿੱਚ ਮਾਓ ਸੇ ਤੁੰਗ ਨੇ ਕਲਚਰਲ ਰੈਵੋਲੂਸ਼ਨ ਦੇ ਨਾਂ ਥੱਲੇ ਜਾਂ ਸੱਭਿਆਚਾਰਕ ਕ੍ਰਾਂਤੀ ਦੇ ਨਾਂ ਥੱਲੇ ਮਿਲੀਅਨਸ ਐਂਡ ਮਿਲੀਅਨਸ ਆਪਣੇ ਲੋਕਾਂ ਨੂੰ ਮਾਰਿਆ। ਹਾਲਾਂਕਿ ਹੁਣ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਚਾਈਨੀਜ਼ ਕਮਿਊਨਿਸਟ ਪਾਰਟੀ ਹੈ, ਉਸ ਕਲਚਰਲ ਰੈਵੋਲੂਸ਼ਨ ਨੂੰ ਗਲਤ ਮੰਨਦੇ ਨੇ ਕਿ ਵੀ ਬਿਨਾਂ ਵਜ੍ਹਾ ਬਹੁਤ ਖੂਨ ਖਰਾਬਾ ਹੋਇਆ ਜੀ। ਇਸੇ ਤਰ੍ਹਾਂ ਉਹਨਾਂ ਨੇ ਸਟਾਲਿਨ ਦਾ ਜ਼ਿਕਰ ਕੀਤਾ ਹੈ। ਸਟਾਲਿਨ ਰਸ਼ੀਆ ਦਾ ਡਿਕਟੇਟਰ ਸੀ, ਦੂਸਰੇ ਸੰਸਾਰ ਯੁੱਧ ਦੇ ਵੇਲੇ ਕਰਤਿਆਂ ਧਰਤਿਆਂ ਸੀ, ਕਿਸੇ ਵੇਲੇ ਹਿਟਲਰ ਦਾ ਯਾਰ ਸੀ, ਫਿਰ ਅਮਰੀਕਾ ਦੇ ਨਾਲ ਰਲ ਗਿਆ ਜੀ। ਪਰ ਸਟਾਲਿਨ ਨੇ ਰੂਸ ਦੇ ਵਿੱਚ ਇੰਨੇ ਜ਼ਿਆਦਾ ਰੂਸੀਆਂ ਨੂੰ ਮਾਰਿਆ ਜਿੰਨੇ ਕਿ ਜੇ ਦੋਨੋਂ ਸੰਸਾਰ ਯੁੱਧਾਂ ਦੇ ਵਿੱਚ, ਪਹਿਲੇ ਫਸਟ ਵਰਲਡ ਔਰ ਸੈਕੰਡ ਵਰਲਡ ਵਾਰ ਦੇ ਵਿੱਚ ਜਿੰਨੇ ਕੁ ਲੋਕ ਮਰੇ ਰਸ਼ੀਅਨ, ਉਹਨਾਂ ਨੂੰ ਇਕੱਠੇ ਵੀ ਕਰ ਲਿਆ ਜਾਏ ਤਾਂ ਉਹਦੇ ਨਾਲੋਂ ਜ਼ਿਆਦਾ ਸਟਾਲਿਨ ਨੇ ਆਪਣੇ ਦੇਸ਼ ਵਾਸੀਆਂ ਦਾ ਘਾਣ ਕੀਤਾ। ਇਸੇ ਤਰ੍ਹਾਂ ਜਿਹੜਾ ਈਦੀ ਅਮੀਨ, ਹਿਟਲਰ ਤੋਂ ਬਾਅਦ ਜੇ ਅਸੀਂ ਆਪਣੇ ਖਿੱਤੇ ਦੇ ਵਿੱਚ ਗੱਲ ਕਰੀਏ ਤੇ ਇੰਦਰਾ ਗਾਂਧੀ ਬਿਲਕੁਲ ਉਸ ਕੈਟਾਗਰੀ 'ਚ ਆਉਂਦੀ ਹੈ ਜੀ ਕਿ ਉਸ ਦੀਆਂ ਨੀਤੀਆਂ ਦੇ ਨਾਲ ਉਸਨੇ ਅਸਾਮੀਆਂ ਦਾ ਘਾਣ ਕੀਤਾ। ਅਸਾਮ ਦੇ ਵਿੱਚ ਇਹੀ ਕਾਰਨ ਸੀ ਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਇਹ ਮੀਡੀਆ ਰਿਪੋਰਟ ਸੀ ਕਿ ਕੁਝ ਘੰਟਿਆਂ ਦੇ ਵਿੱਚ ਹੀ ਸਾਰੇ ਅਸਾਮ ਦੀਆਂ ਹਲਵਾਈਆਂ ਦੀਆਂ ਦੁਕਾਨਾਂ ਦੇ ਉੱਤੇ ਮਠਾਈਆਂ ਮੁੱਕ ਗਈਆਂ ਸੀ। ਜੀ ਇਹ ਇਕੱਲਾ ਸਿੱਖਾਂ ਦੇ ਨਾਲ ਨਾ ਇਹਨੂੰ ਜੋੜ ਕੇ ਦੇਖਿਆ ਜਾਏ, ਕਿਉਂਕਿ ਇਸ ਦੇ ਜ਼ੁਲਮਾਂ ਦਾ ਸ਼ਿਕਾਰ ਬਾਕੀ ਦੇਸ਼ ਵਾਸੀ ਵੀ ਹੋਏ। ਇਸੇ ਤਰ੍ਹਾਂ 1960ਵਿਆਂ ਦੇ ਅਖੀਰ ਔਰ 1970ਵਿਆਂ 'ਚ ਇੱਕ ਸਟੂਜ PC ਰੇ, ਪ੍ਰਫੁੱਲਤ ਚੰਦਰ ਰੇ, ਜਿਹੜਾ ਬਾਅਦ 'ਚ ਪੰਜਾਬ ਦਾ ਗਵਰਨਰ ਵੀ ਰਿਹਾ ਔਰ ਉਹਨੇ ਪੰਜਾਬ 'ਚ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕੀਤੀ, ਉਸ ਨੂੰ ਬੰਗਾਲ ਦਾ, ਪੱਛਮੀ ਬੰਗਾਲ ਦਾ ਚੀਫ ਮਿਨਿਸਟਰ ਬਣਾਇਆ ਔਰ ਉਹਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਆਪਣੇ ਨੌਜਵਾਨਾਂ ਦਾ ਕਤਲੇਆਮ ਕੀਤਾ, ਕਿਉਂਕਿ ਉਹ ਨਕਸਲਾਈਟ ਲਹਿਰ ਜਿਹੜੀ ਹੈ ਉਹ ਆਰਥਿਕ ਆਜ਼ਾਦੀ ਦੀ ਗੱਲ ਕਰਦੇ ਸੀ। ਜੀ ਸੋ ਇਸੇ ਤਰ੍ਹਾਂ ਸਿੱਖਾਂ ਦੇ ਨਾਲ ਇੰਦਰਾ ਗਾਂਧੀ ਨੇ ਕੀ ਕੀਤਾ ਇਹ ਕਿਸੇ ਵੇਰਵੇ ਦਾ ਮੁਤਾਜ ਨਹੀਂ ਹੈ। ਘੱਲੂਘਾਰਾ ਔਰ ਸਾਡੀ ਸਮੁੱਚੀ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ। ਜੂਨ 84 'ਚ ਪੰਜਾਬ ਭਰ ਦੇ ਵਿੱਚ 37 ਇਤਿਹਾਸਕ ਗੁਰਦੁਆਰੇ, ਸਾਡਾ ਖਜ਼ਾਨਾ, ਸਿੱਖ ਰੈਫਰੈਂਸ ਲਾਇਬ੍ਰੇਰੀ ਔਰ ਸਿੱਖ ਨੌਜਵਾਨੀ ਦਾ ਘਾਣ। ਜੀ ਸੋ ਇੰਦਰਾ ਗਾਂਧੀ ਦੀ ਥਾਂ ਹਿਸਟਰੀ ਦੇ ਵਿੱਚ ਹਿਟਲਰ, ਸਟਾਲਿਨ ਔਰ ਈਦੀ ਅਮੀਨ ਦੇ ਨਾਲ ਬਣਦੀ ਹੈ। ਜੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜੇ ਇਹਨਾਂ ਦੇ ਨਾਂ ਦੇ ਉੱਤੇ ਕੋਈ ਆਕਸਫੋਰਡ ਜਾਂ ਕੈਂਬਰਿਜ ਦੇ ਵਿੱਚ ਕਹੇ ਕਿ ਜੇ ਅਸੀਂ ਚੇਅਰ ਬਣਾਉਣੀ ਹੈ ਤਾਂ ਦੁਨੀਆ ਕਿਵੇਂ, ਜਾਂ ਹਿਟਲਰ ਜਾਂ ਵੀ ਦੁਨੀਆ ਕਿਵੇਂ ਲਏਗੀ ਇਸ ਨੂੰ। ਜੀ ਸੋ ਜੇ ਇੰਦਰਾ ਗਾਂਧੀ ਦੇ ਨਾਂ ਤੇ ਇਸ ਕਿਸਮ ਦੀ ਕੋਈ ਚੇਅਰ ਬਣਾਉਣ ਦਾ ਫੈਸਲਾ, ਸਕਾਲਰਸ਼ਿਪ ਦੇਣ ਦਾ ਫੈਸਲਾ ਉਹਨਾਂ ਨੇ ਕੀਤਾ ਤੇ ਜ਼ਾਹਰਾ ਤੌਰ ਦੇ ਉੱਤੇ ਜਿਹੜੀਆਂ ਕੌਮਾਂਤਰੀ ਸੰਧੀਆਂ ਨੇ ਔਰ ਉਹਨਾਂ ਨੇ
ਬੜੇ ਵੇਰਵੇ ਦੇ ਨਾਲ ਉਹਨਾਂ ਸੰਧੀਆਂ ਦਾ ਹਵਾਲਾ ਦਿੱਤਾ ਹੈ ਕਿ ਵੀ ਆਹ ਕੋਵੈਨੈਂਟ ਹੈ, ਆਹ ਸੰਧੀ ਹੈ ਕਿ ਇਸ ਦੀ ਇਹ ਉਲੰਘਣ ਹੈ। ਉਹ ਦੋ ਗੱਲਾਂ ਇਹਨਾਂ ਨੇ ਬੜੀਆਂ ਕਾਰਾਮਦ ਕਹੀਆਂ ਨੇ ਜੀ ਕਿ ਇੱਕ ਤਾਂ ਕਿਉਂਕਿ ਜਿਹੜਾ ਮੈਚਿੰਗ ਗ੍ਰਾਂਟ ਦੇਣੀ ਹੈ ਆਕਸਫੋਰਡ ਯੂਨੀਵਰਸਿਟੀ ਨੂੰ, ਉੱਤੋਂ ਤਾਂ ਨਹੀਂ ਪੈਸੇ ਡਿੱਗਦੇ, ਅਲਟੀਮੇਟਲੀ ਬ੍ਰਿਟਨ ਦੇ ਜਿਹੜੇ ਟੈਕਸ ਪੇਅਰ ਨੇ ਉਹਨਾਂ ਦੀ ਮਨੀ ਹੈ ਜਿਹੜੀ ਕਿ ਉਹਨਾਂ ਨੂੰ ਗ੍ਰਾਂਟ ਦੇ ਤੌਰ ਤੇ ਮਿਲਦੀ ਹੈ ਯੂਨੀਵਰਸਿਟੀ ਨੂੰ। ਜੀ ਸੋ ਔਰ ਬ੍ਰਿਟਨ ਦੇ ਵਿੱਚ 1 ਮਿਲੀਅਨ ਦੇ ਕਰੀਬ ਹੁਣ ਸਿੱਖ ਵੀ ਰਹਿੰਦੇ ਨੇ। ਸੋ ਜ਼ਾਹਰ ਹੈ ਕਿ ਵੀ ਇਹ ਤਾਂ ਉਹਨਾਂ ਟੈਕਸ ਪੇਅਰ ਦੀ ਮਨੀ ਦੇ ਨਾਲ ਕਿਸੇ ਕਾਤਲ ਨੂੰ ਨਵਾਜਣ ਵਾਲੀ ਗੱਲ ਹੈ। ਸੋ ਬ੍ਰਿਟਿਸ਼ ਸਿੱਖਾਂ ਦਾ ਇਹ ਹੱਕ ਬਣਦਾ ਹੈ ਮੂਲ ਤੌਰ ਤੇ ਕਿ ਉਹ ਇਸ ਪ੍ਰੈਸ਼ਰ ਨੂੰ ਬ੍ਰਿਟ ਕਰ ਜੀ ਕਿ ਬਈ ਇਹ ਬੰਦ ਕੀਤਾ ਜਾਏ, ਸਕਾਲਰਸ਼ਿਪ ਜਾਂ ਜੋ ਵੀ ਉਹਦੀ ਰੈਕਗਨੀਸ਼ਨ ਕਰਨ ਦੀ ਉਹਨਾਂ ਦੀ ਲਾਈਨ ਹੈ। ਜੀ ਦੂਸਰੀ ਗੱਲ ਉਹਨਾਂ ਨੇ ਬੜੀ ਚੰਗੀ ਇਹ ਕਹੀ ਹੈ ਕਿ ਜੇ ਇਸ ਗੱਲ ਨੂੰ ਮੁੱਦਾ ਬਣਾ ਕੇ ਇਸ ਦੇ ਉੱਤੇ ਲਾਮਬੰਦੀ ਕੀਤੀ ਜਾਂਦੀ ਹੈ, ਲੌਬਿੰਗ ਕੀਤੀ ਜਾਂਦੀ ਹੈ, ਜੀ ਜ਼ਾਹਰ ਹੈ ਸਿੱਖਾਂ ਦਾ ਕੇਸ ਵੀ ਹਾਈਲਾਈਟ ਹੋਏਗਾ। ਮੀਡੀਆ ਜੇ ਇਹਨੂੰ ਚੁੱਕਦਾ ਹੈ ਕਿ ਵੀ ਨਸਲਕੁਸ਼ੀ ਆਫਟਰ ਨਸਲਕੁਸ਼ੀ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀ ਸੀ। ਹੁਣ ਤੱਕ ਤਾਂ ਇੰਡੀਆ ਜਿਹੜਾ ਲੋਕਤੰਤਰ ਦੇ ਨਾਂ ਥੱਲੇ ਲੁਕ ਜਾਂਦਾ ਹੈ। ਲੋਕ ਦੂਸਰਿਆਂ ਬਾਰੇ ਗੱਲ ਕਰਦੇ ਨੇ, ਡਿਕਟੇਟਰਾਂ ਬਾਰੇ ਗੱਲ ਕਰਦੇ ਨੇ, ਫੌਜੀ ਰਜੀਮ ਬਾਰੇ ਗੱਲ ਕਰਦੇ ਨੇ ਜੀ, ਪਰ ਇਹ ਤੱਥ ਸਾਹਮਣੇ ਨਹੀਂ ਆਉਂਦਾ ਵੀ ਕਿਵੇਂ ਡੈਮੋਕ੍ਰੇਸੀ ਦੇ ਨਾਂ ਥੱਲੇ ਸਿੱਖਾਂ ਦਾ ਜਿਹੜਾ ਉਹ ਖੂਨ ਖਰਾਬਾ ਕੀਤਾ ਗਿਆ, ਨਸਲਕੁਸ਼ੀ ਕੀਤੀ ਗਈ। ਸੋ ਅਸੀਂ ਵੀਰ ਰਮਿੰਦਰ ਸਿੰਘ ਜੀ ਦੀ ਆਵਾਜ਼ ਨਾਲ ਫਿਰ ਆਵਾਜ਼ ਮਿਲਾਉਂਦੇ ਜੀ ਔਰ ਜ਼ੋਰਦਾਰ ਅਸੀਂ ਇਹ ਅਪੀਲ ਕਰਦੇ ਹਾਂ ਸਮੁੱਚੀ ਸਿੱਖ ਕੌਮ ਨੂੰ, ਸਿੱਖ ਜਥੇਬੰਦੀਆਂ ਨੂੰ, ਜਿੱਥੇ ਜਿੱਥੇ ਵੀ, ਕਿਉਂਕਿ ਬੇਸ਼ੱਕ ਜ਼ਿਆਦਾ ਰੋਲ ਬ੍ਰਿਟਨ ਦੀਆਂ ਸਿੱਖ ਜਥੇਬੰਦੀਆਂ ਦਾ ਹੋਏਗਾ ਪਰ ਆਕਸਫੋਰਡ ਇੰਟਰਨੈਸ਼ਨਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਹੈ, ਦੁਨੀਆ ਭਰ ਦੇ ਬੱਚੇ ਉੱਥੇ ਪੜ੍ਹਦੇ ਨੇ ਜਾ ਕੇ ਔਰ ਉਹਨਾਂ ਦਾ ਹੀ ਇਹ ਕਾਲਜ ਹੈ ਸੋਮਰਵਿਲ, ਔਰ ਉਸ ਦੀ ਪ੍ਰਿੰਸੀਪਲ ਨੂੰ ਲਿਖਿਆ ਜਾਏ, ਆਕਸਫੋਰਡ ਦੇ ਚਾਂਸਲਰ ਨੂੰ ਲਿਖਿਆ ਜਾਏ ਔਰ ਈਵਨ ਬ੍ਰਿਟਿਸ਼ ਗਵਰਨਮੈਂਟ ਨੂੰ ਵੀ ਲਿਖਿਆ ਜਾਏ ਕਿ ਵੀ ਇਹ ਟੈਕਸ ਪੇਅਰਸ ਮਨੀ ਹੈ ਜੀ ਔਰ ਇਹ ਇੱਕ ਕਾਤਲ ਜਿਸ ਨੇ ਆਪਣੇ ਸ਼ਹਿਰੀਆਂ ਦਾ ਘਾਣ ਕੀਤਾ ਹੈ, ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਉਸ ਨੂੰ ਵਡਿਆਣਾ ਕਿਸੇ ਵੀ ਤਰੀਕੇ ਨਾਲ ਇਹ ਬ੍ਰਿਟਿਸ਼ ਸਮਾਜ, ਬ੍ਰਿਟਿਸ਼ ਪਰੰਪਰਾ ਔਰ ਬਰਤਾਨੀਆ ਜਿਹੜਾ ਕਿ ਆਪਣੇ ਆਪ ਨੂੰ ਇੱਕ ਕਲੀਨ ਸਿਵਲਾਈਜੇਸ਼ਨ ਦਾ ਆਧਾਰ ਸਮਝਦਾ ਹੈ, ਜਿਹਦੇ ਕਰਕੇ ਜਲਿਆਂਵਾਲੇ ਬਾਗ ਲਈ ਉਹ ਮਾਫੀ ਮੰਗਦੇ ਨੇ। ਹੁਣ ਜੋ ਉਹਨਾਂ ਨੇ ਹੋਰ ਥਾਂ ਤੇ ਕੀਤਾ, ਕਈ ਥਾਂ ਤੇ ਕੰਪਨਸੇਸ਼ਨ ਦੇਣ ਨੂੰ ਤਿਆਰ ਨੇ, ਜਿਵੇਂ ਕੀਨੀਆ ਦੇ ਮਾਮਲੇ। ਸੋ ਤੁਸੀਂ ਇੱਕ ਜ਼ਾਲਮ ਔਰਤ ਨੂੰ ਜਿਹੜਾ ਉੱਥੇ ਨਵਾਜੋ ਉਸ ਦੇ ਨਾਂ ਦੇ ਉੱਤੇ, ਇਹ ਬ੍ਰਿਟਿਸ਼ ਪਰੰਪਰਾ ਦੇ ਵੀ ਖਿਲਾਫ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਬਾਰੇ ਜ਼ੋਰਦਾਰ ਲਾਮਬੰਦੀ ਕਰਨੀ ਚਾਹੀਦੀ ਹੈ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।